ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਵਿਭਾਗੀ ਵਰਕਸ਼ੀਟ ਨੰਬਰ 2 ਕਲਾਸ 7ਵੀਂ ਅਧਿਆਏ ਭਿੰਨਾਂ ਅਤੇ ਦਸ਼ਮਲਵ ਫ੍ਰੈਕਸ਼ਨਸ ਐਂਡ ਡੈਸੀਮਲਸ। ਆਓ ਆਪਾਂ ਇਸ ਦੇ ਪ੍ਰਸ਼ਨਾਂ ਦੇ ਹੱਲ ਤੇ ਚਰਚਾ ਕਰੀਏ। ਪ੍ਰਸ਼ਨ ਨੰਬਰ 1 ਦੇ ਵਿੱਚ ਤੁਸੀਂ ਕੀ ਵੇਖ ਰਹੇ ਹੋ? ਦੋ ਚੱਕਰ ਨੇ, ਦੋਹਾਂ ਦੇ 8-8 ਭਾਗ ਨੇ ਕੁੱਲ, ਤੇ 2 ਪਹਿਲੀ ਦੇ ਰੰਗੀਨ ਨੇ ਤੇ 3 ਦੂਸਰੀ ਦੇ ਰੰਗੀਨ ਨੇ। ਪਹਿਲੇ ਚੱਕਰ ਤੋਂ ਬਣੀ ਭਿੰਨ 2/8, ਦੂਸਰੇ ਚੱਕਰ ਤੋਂ ਬਣੀ ਭਿੰਨ 3/8। ਦੋਹਾਂ ਦਾ ਜੋੜ ਕਰਾਂਗੇ, ਹਰ ਸਮਾਨ ਹੈ, 2 + 3 5, ਯਾਨੀ ਕਿ ਜਿਹੜਾ ਆਨਸਰ ਹੈ ਉਹਦੇ ਵਿੱਚ ਸਾਨੂੰ 5 ਭਾਗ ਜਿਹੜੇ ਹੈਗੇ ਆ ਉਹ ਰੰਗੀਨ ਕਰਨੇ ਪੈਣਗੇ। ਤਾਂ ਉਹ ਦਿੱਤੇ ਹੋਏ ਦੋ ਚਿੱਤਰਾਂ ਦੇ ਜੋੜ ਦੇ ਰੂਪ ਵਿੱਚ ਜਿਹੜਾ ਨਜ਼ਰ ਆਏਗਾ 1 2 3 4 5। ਇਸ ਤਰ੍ਹਾਂ ਇਹ ਵਾਲਾ ਜਿਹੜਾ ਚੱਕਰ ਹੈ ਇਹ 5/8 ਨੂੰ ਦਰਸਾਉਂਦਾ ਹੈ, ਯਾਨੀ ਕਿ ਰੰਗੀਨ ਭਾਗਾਂ ਦੀ ਜਿਹੜੀ ਭਿੰਨ ਹੈ ਉੱਤਰ ਦੇ ਵਿੱਚ ਉਹ 5/8 ਹੈ। ਇਸੇ ਹੀ ਪ੍ਰਸ਼ਨ ਦਾ B ਭਾਗ, ਫਿਰ ਦੋ ਚੱਕਰ ਦਿੱਤੇ ਗਏ ਨੇ। ਹਰ 20 ਤੋਂ ਪਤਾ ਲੱਗਦਾ ਹੈ ਕਿ ਇਸ ਚੱਕਰ ਦੇ ਵੀ ਸਮਾਨ ਭਾਗਾਂ ਦੀ ਗਿਣਤੀ 20 ਹੈ, ਇਸ ਚੱਕਰ ਦੇ ਵੀ ਸਮਾਨ ਭਾਗਾਂ ਦੀ ਕੁੱਲ ਗਿਣਤੀ 20 ਹੈ। ਇਸ ਲਈ ਹਰ 20 ਹੋਏਗਾ। ਰੰਗੀਨ ਭਾਗ ਪਹਿਲੇ ਵਿੱਚ 2 ਨੇ, ਭਿੰਨ ਜਿਹੜੀ 2/20। ਦੂਸਰੇ ਚੱਕਰ ਦੇ ਰੰਗੀਨ ਭਾਗ 8 ਨੇ, ਉਸ ਤੋਂ ਪ੍ਰਾਪਤ ਭਿੰਨ 8/20। ਦੋਹਾਂ ਦਾ ਜੋੜ ਕਰਾਂਗੇ ਤਾਂ 2 + 8 10, ਸਾਂਝਾ ਹਰ ਇੱਕ ਵਾਰੀ ਲਿਖਿਆ ਜਾਂਦਾ ਹੈ, ਯਾਨੀ ਕਿ 10 ਭਾਗ ਰੰਗੀਨ ਹੋਣੇ ਚਾਹੀਦੇ ਆ ਉੱਤਰ ਵਾਲੇ ਚੱਕਰ ਦੇ ਵਿੱਚ। ਤੁਸੀਂ ਆਰਾਮ ਨਾਲ ਇਹਨਾਂ ਵਿੱਚੋਂ 10 ਭਾਗ ਰੰਗੀਨ ਕਰ ਦਿਓਗੇ ਤਾਂ ਉਹ ਤੁਹਾਡਾ ਸਹੀ ਉੱਤਰ ਹੋਏਗਾ। ਯਾਨੀ ਕਿ 10/20 ਦਾ ਮਤਲਬ 1/2 ਵੀ ਹੁੰਦਾ ਹੈ, ਯਾਨੀ ਕਿ ਅੱਧਾ ਚੱਕਰ ਤੁਹਾਡਾ ਜਿਹੜਾ ਹੈਗਾ ਉਹ ਰੰਗੀਨ ਹੋਣਾ ਚਾਹੀਦਾ ਹੈ। ਕੁਐਸਚਨ ਨੰਬਰ 2, ਭਿੰਨਾਂ ਦਾ ਜੋੜਫਲ ਪਤਾ ਕਰੋ। ਫਾਈਂਡ ਦਾ ਸਮ ਆਫ ਫ੍ਰੈਕਸ਼ਨਸ। ਸਾਡੇ ਕੋਲ ਇੱਕ ਭਿੰਨ ਹੈ 1/2 ਪਲੱਸ ਦੂਸਰੀ ਭਿੰਨ ਜਿਹੜੀ ਜੋੜ ਕਰਨੀ ਹੈ ਉਹ ਹੈ 2/4। ਇੱਥੇ ਪਰ ਵਿਦਿਆਰਥੀਓ ਧਿਆਨ ਰੱਖਣਾ ਹੈ ਕਿ ਜੇ ਵੱਡਾ ਹਰ ਹੈ ਜਿਹੜਾ ਉਹ ਛੋਟੇ ਹਰ ਦੇ ਟੇਬਲ ਵਿੱਚ ਆਉਂਦਾ ਹੈ, ਯਾਨੀ ਕਿ ਉਹਦਾ ਗੁਣਜ ਹੈ, ਫਿਰ ਤੁਸੀਂ ਕੀ ਕਰਨਾ ਹੈ? ਵੱਡੇ ਹਰ ਵਾਲੀ ਭਿੰਨ ਨੂੰ ਉਸ ਤਰ੍ਹਾਂ ਲਿਖ ਲੈਣਾ ਹੈ। ਜਿਹੜੀ ਛੋਟੇ ਹਰ ਵਾਲੀ, ਜਿਵੇਂ 2 ਦੇ ਪਹਾੜੇ 'ਚ 4 ਆਉਂਦਾ, 2 ਦੂਣੀ 4, ਤਾਂ ਆਪਾਂ ਕੱਲੇ ਇਸ ਹਰ ਨੂੰ 2 × 2 ਤੇ ਉੱਤੇ ਵੀ 1 × 2, ਯਾਨੀ ਕਿ ਹਰ ਸਮਾਨ ਕਰਾਂਗੇ। ਥੱਲੇ ਵੀ 2 ਦੂਣੀ 4 ਬਣ ਜੂ ਪਹਿਲੀ ਭਿੰਨ 'ਚ, ਉੱਤੇ 2 ਬਣ ਜੂ, ਯਾਨੀ ਕਿ ਕੁੱਲ ਮਿਲਾ ਕੇ 2/4 + 2/4, ਇਹ ਸਾਡੇ ਕੋਲ 4/4 ਪ੍ਰਾਪਤ ਹੋਊਗਾ, ਜਿਹਨੂੰ ਕੱਟ ਕੇ ਜਿਹੜਾ ਆਨਸਰ ਹੈ ਅਸੀਂ ਉਹ 1 ਵੀ ਲਿਖ ਸਕਦੇ ਹਾਂ। ਇਸ ਦਾ ਜ਼ੁਬਾਨੀ ਉੱਤਰ ਵੀ ਪਤਾ ਕੀਤਾ ਜਾ ਸਕਦਾ। ਜੇ ਆਪਾਂ ਦੂਜੀ ਭਿੰਨ ਜਿਹੜੀ ਵੱਡੀ ਆ ਉਹਦਾ ਸਰਲ ਰੂਪ ਪਤਾ ਕਰੀਏ ਤਾਂ ਉਹ ਕੱਟ ਕੇ 2 1 2 2 ਦੂਣੀ 4, ਇਹ ਵੀ 1/2 ਬਣ ਜੂ। 1/2 ਦਾ ਮਤਲਬ ਅੱਧਾ, ਪਲੱਸ ਅੱਧਾ, ਅੱਧਾ ਤੇ ਅੱਧਾ 1, ਯਾਨੀ ਕਿ ਆਨਸਰ ਸਾਡਾ ਬਣ ਜਾਊਗਾ 1। ਕੁਐਸਚਨ ਨੰਬਰ 2 ਦਾ ਦੂਸਰਾ ਭਾਗ, ਇੱਥੇ 1/5 ਪਲੱਸ 1/3 ਹੈ। ਕਿਸੇ ਵੀ ਹਰ ਦੇ ਟੇਬਲ ਵਿੱਚ ਦੂਜਾ ਹਰ ਨਹੀਂ ਆਉਂਦਾ, ਇਸ ਕਰਕੇ ਅਸੀਂ ਹਰ ਸਮਾਨ ਕਰਨ ਲਈ ਜਿਹੜੀ ਪਹਿਲੀ ਭਿੰਨ ਹੈ 1/5 ਉਹਨੂੰ ਦੂਸਰੇ ਹਰ ਨਾਲ ਉੱਪਰ ਥੱਲੇ ਮਲਟੀਪਲਾਈ ਯਾਨੀ ਕਿ ਗੁਣਾ ਕਰਾਂਗੇ। ਪਲੱਸ ਪਾ ਕੇ ਜਿਹੜੀ ਦੂਸਰੀ ਭਿੰਨ ਹੈ ਸਾਡੀ ਉਹਦੇ ਹਰ ਤੇ ਅੰਸ਼ ਨੂੰ ਪਹਿਲੀ ਭਿੰਨ ਦੇ ਹਰ ਨਾਲ ਮਲਟੀਪਲਾਈ ਕਰਾਂਗੇ। ਉਸ ਤੋਂ ਸਾਨੂੰ ਪ੍ਰਾਪਤ ਹੋਏਗਾ ਇੱਧਰ 3 × 3/15 ਪਲੱਸ 5 × 5/15। ਹਰ ਸਮਾਨ ਹੋ ਕੇ ਇੱਕ ਵਾਰੀ 15 ਲਿਖਿਆ ਜਾਏਗਾ, ਤੇ ਜਿਹੜਾ ਸਾਡਾ ਅੰਸ਼ ਹੈ ਉਹਨਾਂ ਦਾ ਜੋੜ 3 + 5 8, ਯਾਨੀ ਕਿ ਇਹਨਾਂ ਦੋਨੇ ਭਿੰਨਾਂ ਦਾ ਜਿਹੜਾ ਐਡੀਸ਼ਨ ਹੈ, ਇਹਨਾਂ ਦਾ ਸਮ ਹੈ ਜਿਹੜਾ ਉਹ ਕਿੰਨਾ ਹੋਏਗਾ? 8/15। ਇਸੇ ਤਰ੍ਹਾਂ ਆਪਾਂ ਹੁਣ ਵੇਖਦੇ ਹਾਂ ਕਿ 5 ਦੇ ਟੇਬਲ 'ਚ 7 ਨਹੀਂ ਆਉਂਦਾ ਤੇ 7 ਦੇ ਟੇਬਲ 'ਚ 5 ਆ ਨਹੀਂ ਸਕਦਾ ਕਿਉਂਕਿ 7 ਵੱਡਾ ਹੈ। ਤਾਂ ਹਰ ਸਮਾਨ ਕਰਾਂਗੇ, ਇਸ ਹਰ ਨੂੰ ਪਹਿਲੇ ਨਾਲ ਉੱਪਰ ਥੱਲੇ ਗੁਣਾ ਕਰਾਂਗੇ ਤਾਂ ਜ਼ੁਬਾਨੀ ਗੁਣਾ ਕਰਦੇ ਆ। 7 × 21/7 5 35 ਪਲੱਸ 5 × 2 10, ਇਸੇ 5 ਨੂੰ ਹੇਠਾਂ ਗੁਣਾ ਕਰਾਂਗੇ ਤਾਂ 35। ਸਾਡੇ ਕੋਲੇ ਹਰ ਬਣ ਜਾਏਗਾ ਸਾਂਝਾ 35। ਅੰਸ਼ ਇੱਕ ਸੀਗਾ 7 × 21 ਤੇ ਦੂਸਰਾ ਹੈਗਾ 5 ਦੂਣੀ 10, 21 ਤੇ 10 31, ਯਾਨੀ ਕਿ ਆਨਸਰ ਆਏਗਾ 31/35। ਇਸੇ ਹੀ ਪ੍ਰਸ਼ਨ ਦਾ ਚੌਥਾ ਭਾਗ, 3/4 ਪਲੱਸ 1/10। ਇੱਥੇ ਫਿਰ ਆਪਾਂ ਨੂੰ ਦੇਖਦੇ ਹਾਂ ਕਿ 4 ਦੇ ਟੇਬਲ 'ਚ 10 ਨਹੀਂ ਆਉਂਦਾ, ਤਾਂ 10 × 3 30 ਤੇ ਉਹੀ 10 ਨੂੰ 4 ਨਾਲ ਗੁਣਾ ਕਰਾਂਗੇ, 10 ਚੌਕਾ 40 ਪਲੱਸ 4 × 1 4/4 × 10 40। ਹਰ ਸਮਾਨ ਹੋ ਕੇ ਇੱਕ ਵਾਰੀ ਲਿਖਿਆ ਜਾਏਗਾ 40, ਉੱਪਰ 30 + 4 34।
ਆਨਸਰ 34/40 ਹੈ। ਇਸ ਨੂੰ ਤੁਸੀਂ 2 ਤੇ ਵੰਡ ਕੇ ਤਾਂ ਇਸ ਦਾ ਜਿਹੜਾ ਨਿਮਨਤਮ ਰੂਪ ਆ ਉਹ ਵੀ ਪਤਾ ਕਰ ਸਕਦੇ ਹੋ। ਜਿਵੇਂ 2 20 ਆ 40, 2 17 ਆ 34, ਯਾਨੀ ਕਿ ਸਰਲਤਮ ਰੂਪ ਹੈ ਜਿਹੜਾ ਉੱਤਰ ਦਾ ਉਹ 17/20 ਹੋਵੇਗਾ। ਪ੍ਰਸ਼ਨ ਨੰਬਰ 3, ਭਿੰਨਾਂ ਦਾ ਜੋੜਫਲ ਪਤਾ ਕਰੋ, ਫਾਈਂਡ ਦਾ ਸਮ ਆਫ ਫੋਲੋਇੰਗ ਫ੍ਰੈਕਸ਼ਨ। ਇੱਥੇ ਅਸੀਂ ਕੀ ਵੇਖਦੇ ਹਾਂ, 3 ਭਿੰਨਾਂ ਦਾ ਜੋੜ ਹੈ, ਤਾਂ 3 ਭਿੰਨਾਂ ਦਾ ਜੋੜ ਅਸੀਂ 2 ਤਰੀਕਿਆਂ ਨਾਲ ਕਰ ਸਕਦੇ ਹਾਂ। ਪਹਿਲਾਂ ਅਸੀਂ ਪਹਿਲੀਆਂ 2 ਦਾ ਜੋੜ ਕਰ ਸਕਦੇ ਹਾਂ, ਉਸ ਤੋਂ ਬਾਅਦ ਆਪਾਂ ਤੀਸਰੀ ਜੋੜ ਕਰਾਂਗੇ। ਤਾਂ ਉਹਦੇ ਵਿੱਚ ਉਹੀ ਵਿਧੀ ਲੱਗੂਗੀ, 5 ਨੂੰ 3 ਨਾਲ ਮਲਟੀਪਲਾਈ ਕਰਾਂਗੇ, 5 ਤੀਏ 15 ਪਲੱਸ ਫਿਰ ਇਸ 20 ਨੂੰ 1 ਨਾਲ ਗੁਣਾ ਕਰਾਂਗੇ, 20 1 20 ਤੇ 20 ਨੂੰ ਅਸੀਂ ਬਟਿਆਂ ਵਾਲੇ 3 ਨਾਲ ਗੁਣਾ ਕਰਾਂਗੇ ਤਾਂ ਉਹ ਸਾਡੇ ਕੋਲੇ 60 ਆਜੂ। ਯਾਨੀ ਕਿ ਹਰ ਸਮਾਨ ਹੋ ਗਿਆ ਸਾਡਾ 60, ਇਹ 80 ਤੇ 20 100, 101 ਬਣ ਗਿਆ ਜੋੜ। ਤਾਂ ਇਹ ਸਾਡੇ ਕੋਲੇ ਉੱਤਰ ਆ ਗਿਆ 101/60। ਇਸੇ ਹੀ ਪ੍ਰਸ਼ਨ ਦਾ ਦੂਸਰਾ ਭਾਗ ਜਿਹੜਾ ਹੈ 2/4 ਜੋੜ 4/5 ਜੋੜ 2/10, ਇਹ ਵੀ 3 ਭਿੰਨਾਂ ਨੇ ਜਿਨ੍ਹਾਂ ਦਾ ਜੋੜ ਕਰਨਾ ਹੈ। ਆਪਾਂ ਇੱਥੇ ਹਰਾਂ ਦਾ ਲੱਲਾ ਸੱਸਾ ਵਾਵਾ ਪਤਾ ਕਰਕੇ ਵੀ ਭਿੰਨਾਂ ਦਾ ਜੋੜ ਕਰ ਸਕਦੇ ਹਾਂ। ਹਰ ਕੀ ਨੇ 4 5 10, 2 ਤੇ ਵੰਡਿਆ 2 ਦੂਣੀ 4, 5 ਉਸ ਤਰ੍ਹਾਂ ਰਹਿ ਗਿਆ, 10 ਨੂੰ 2 ਤੇ ਵੰਡਿਆ 5 ਆ ਗਿਆ। ਫਿਰ 5 ਇਹ 2 ਵਾਰੀ ਹੋਣ ਕਰਕੇ ਅਸੀਂ 5 ਤੇ ਵੰਡ ਦਈਏ, 2 ਵਾਰੀ 1 1 ਆ ਗਿਆ, ਇਹ ਦੂਆ ਉਸ ਤਰ੍ਹਾਂ ਥੱਲੇ ਆ ਗਿਆ। ਤਾਂ 2 5 10 ਦੂਣਾ 20 ਹੈ, ਇਹ ਸਾਡਾ ਸਾਂਝਾ ਹਰ ਬਣ ਗਿਆ, ਜਾਨੀ ਕਿ ਲਘੁੱਤਮ ਸਮਾਪ ਵਰਤਿਆ ਹੋ ਗਿਆ। ਅਸੀਂ ਹੁਣ ਤਿੰਨੇ ਭਿੰਨਾਂ ਦਾ ਹਰ ਜਿਹੜਾ ਹੈ ਉਹ 20 ਬਣਾ ਲਾਂਗੇ। ਥੱਲੇ 4 ਤੋਂ 20 ਬਣਾਉਣ ਲਈ 4 ਨੂੰ 5 ਨਾਲ ਗੁਣਾ, ਉੱਤੇ ਵੀ 5 ਨਾਲ ਗੁਣਾ, ਥੱਲੇ 5 ਤੋਂ 20 ਬਣਾਉਣ ਲਈ 4 ਨਾਲ ਗੁਣਾ, ਉੱਤੇ ਵੀ 4 ਨਾਲ ਗੁਣਾ, ਥੱਲੇ 10 ਤੋਂ 20 ਬਣਾਉਣ ਲਈ 2 ਨਾਲ ਗੁਣਾ, ਉੱਪਰ ਵੀ 2, ਕੁੱਲ ਮਿਲਾ ਕੇ ਬਣ ਗਿਆ 10/20 ਪਲੱਸ 16/20 ਪਲੱਸ 4/20। ਸਾਂਝਾ ਹਰ 20, 16 10 26 4 30, 30/20 ਸਿਫਰ ਕੱਟ ਗਈ 3/2, 3/2 ਨੂੰ ਅਸੀਂ ਇੱਕ ਸਹੀ 1/2 ਯਾਨੀ ਕਿ 3 ਦਾ ਅੱਧਾ ਹੁੰਦਾ 1.5, ਇਹ ਵੀ ਲਿਖ ਸਕਦੇ ਆ। ਪ੍ਰਸ਼ਨ ਨੰਬਰ 4, ਮਿਸ਼ਰਤ ਭਿੰਨਾਂ ਦਾ ਜੋੜਫਲ ਪਤਾ ਕਰੋ, ਫਾਈਂਡ ਦਾ ਸਮ ਆਫ ਫੋਲੋਇੰਗ ਮਿਕਸਡ ਫ੍ਰੈਕਸ਼ਨ। ਇੱਥੇ ਵੀ ਆਪਾਂ 2 ਵਿਧੀਆਂ ਵਰਤ ਸਕਦੇ ਹਾਂ। ਜਿਹੜਾ ਪਹਿਲਾ ਭਾਗ ਹੈ 4, ਜਿਹਨੂੰ ਅਸੀਂ 4 ਹੋਲ ਕਹਿੰਦੇ ਆ, 4 ਸਹੀ ਕਹਿੰਦੇ ਆ, ਇੱਥੇ 6 ਸਹੀ ਕਵਾਂਗੇ। ਤਾਂ ਇਹ ਪੂਰੇ ਜਿਹੜੇ ਸੰਖਿਆਵਾਂ ਨੇ ਉਹਨਾਂ ਦਾ ਜੋੜ ਵੱਖਰਾ ਕਰਕੇ ਤੇ ਜਿਹੜੇ ਭਿੰਨਾਂ ਨੇ ਯਾਨੀ ਕਿ ਟੁਕੜੇ ਨੇ ਉਹਨਾਂ ਦਾ ਜੋੜ ਵੱਖ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਇਕੱਠਾ ਕਰ ਦਈਏ, ਇੱਕ ਤਰੀਕਾ ਉਹ ਵੀ ਹੈ। ਤੇ ਪਹਿਲਾਂ ਹੀ ਮਿਸ਼ਰਤ ਭਿੰਨ ਤੋਂ ਸਧਾਰਨ ਭਿੰਨ ਬਣਾ ਲਈਏ, ਦੂਸਰਾ ਤਰੀਕਾ ਉਹ ਹੈ। ਆਪਾਂ ਦੂਸਰਾ ਤਰੀਕਾ ਇੱਥੇ ਲਾਉਣੇ ਆ। 2 ਗੁਣਾ 4 8 ਤੇ 1 9, ਯਾਨੀ ਕਿ 9/2 ਸਧਾਰਨ ਭਿੰਨ ਬਣ ਗਈ। ਫਿਰ ਜੋੜ ਦਾ ਚਿੰਨ੍ਹ ਪਾ ਕੇ 5 6 30 ਤੇ 1 31, 31/5 ਇਹ ਸਾਡਾ ਦੂਸਰੀ ਭਿੰਨ ਦਾ ਸਧਾਰਨ ਰੂਪ ਹੈ। ਇੱਥੇ ਹਰ ਸਮਾਨ ਕਰਨ ਦੇ ਲਈ ਅਸੀਂ ਇਸ 5 ਨੂੰ 9 ਨਾਲ ਤੇ 2 ਨਾਲ ਗੁਣਾ ਕਰਾਂਗੇ, ਯਾਨੀ ਕਿ ਆਪਾਂ ਦੁਬਾਰਾ ਤੋਂ ਇਹਨੂੰ ਲਿਖ ਸਕਦੇ ਹਾਂ 5 ਗੁਣਾ 9 45 ਤੇ ਬਟੇ 5 ਗੁਣਾ 2 10 ਪਲੱਸ 2 ਗੁਣਾ 31 62 62 ਬਟੇ 2 5 10, ਯਾਨੀ ਕਿ ਸਾਡੇ ਕੋਲੇ ਹਰ ਸਮਾਨ ਹੋ ਗਿਆ ਹੈ ਕਿਹੜਾ 10। ਅੰਸ਼ਾਂ ਦਾ ਜੋੜ ਹੋਏਗਾ। ਅੰਸ਼ ਕਿਹੜੇ ਹੈ, ਇੱਕ ਸਾਡੇ ਕੋਲੇ 45 ਹੈ, ਦੂਸਰਾ ਅੰਸ਼ ਹੈ 62। ਇਹਨਾਂ ਨੂੰ ਐਡ ਕਰਾਂਗੇ 2 + 5 7, 6 + 5 11, 117 ਬਟੇ 10, ਯਾਨੀ ਕਿ ਇਹਨਾਂ ਮਿਸ਼ਰਤ ਭਿੰਨਾਂ ਦਾ ਜੋੜ ਜਿਹੜਾ ਹੈ 117/10 ਹੈ। ਅਸੀਂ ਇਸ ਭਿੰਨ ਨੂੰ ਫਿਰ ਦੁਬਾਰਾ ਤੋਂ ਮਿਸ਼ਰਤ ਭਿੰਨ ਦਾ ਰੂਪ ਵੀ ਦੇ ਸਕਦੇ ਹਾਂ, ਜੋ ਕਿ 11 ਸਹੀ 7/10 ਹੋਏਗਾ, ਕਿਉਂਕਿ 10 11 110 ਤੇ 7 117/10। ਇਸੇ ਹੀ ਪ੍ਰਸ਼ਨ ਦਾ ਦੂਸਰਾ ਭਾਗ 2 ਸਹੀ 5/10 ਪਲੱਸ 5 ਸਹੀ 3/5। ਇੱਥੇ ਥੋੜਾ ਜਿਹਾ ਸੌਖਾ ਕਰਨ ਲਈ ਅਸੀਂ ਇਹਨੂੰ 5 1 5 ਤੇ 5 ਦੂਣੀ 10 ਸਰਲ ਕਰ ਲਾਂਗੇ, ਸੌਖਾ ਹੋ ਜਾਏਗਾ। ਸਾਡੇ ਕੋਲੇ ਹੁਣ ਇਹ ਭਿੰਨ ਕਿਹੜੀ ਆ, 2 ਸਹੀ 1/2 ਬਣ ਗਈ, ਜਿਹਦਾ ਸਰਲਤਮ ਰੂਪ ਕੀ ਹੋਗਾ 2 ਦੂਣੀ 4 ਤੇ 1 5/2, ਯਾਨੀ ਕਿ ਅਸੀਂ ਪਹਿਲੀ ਭਿੰਨ ਦਾ ਸਰਲ ਰੂਪ 5/2 ਬਣਾ ਲਿਆ। ਪਲੱਸ 5 5 25 ਤੇ 3 28/5। ਹੁਣ ਉਸ ਤਰ੍ਹਾਂ ਹੀ 5 ਨੂੰ 5 ਨਾਲ ਤੇ 2 ਨਾਲ ਗੁਣਾ ਕਰਾਂਗੇ। ਜਦੋਂ 5 ਨੂੰ 5 ਨਾਲ ਤੇ 2 ਨਾਲ ਗੁਣਾ ਕਰਾਂਗੇ 5 5 25 ਬਣ ਜਾਏਗਾ ਤੇ ਹੇਠਾਂ ਬਣ ਜਾਏਗਾ ਸਾਡੇ ਕੋਲੇ 5 ਦੂਣੀ 10 ਪਲੱਸ ਅਗਲਾ ਸਟੈਪ ਦੇ ਵਿੱਚ ਜਿਹੜਾ 2 ਹਰ ਹੈ ਇਹਨੂੰ ਇੱਧਰ ਉੱਪਰ ਥੱਲੇ ਗੁਣਾ ਕਰਾਂਗੇ। 2 28 56, ਜਾਨੀ ਕਿ 28 ਦੂਣ 56 ਤੇ ਥੱਲੇ 2 ਗੁਣਾ 5 10। ਸਾਡੇ ਕੋਲੇ ਹੁਣ ਜਿਹੜਾ 2 ਭਿੰਨਾਂ ਦਾ ਜੋੜ ਹੈ ਉਹਦਾ ਹਰ ਕਿੰਨਾ ਹੈ, ਉਹ ਹਰ ਹੈ 10
पर इनू ऐड करांगे 6 ते 5 11, 1 ते 5 6 ते 2 8, यानी कि 81/10 बन गया है, जिहदा तुसीं मिश्रत भिन्न वाला रूप लिख सकते हो, जो कि 8 सही 1/10 होएगा। 10 8 80 ते 81/10, तो यह तुहाडा उत्तर होएगा। क्वेश्चन नंबर 5, चित्र अनुसार भिन्नां दा गुणनफल पता करो, फाइंड द प्रोडक्ट ऑफ फ्रैक्शंस अकॉर्डिंग टू द डायग्राम। इत्थे साडे कोले 3 डायग्राम है जिहड़ियां, ओहदे विच ध्यान नाल देखो, भुलेखा पै सकदा है। हरेक दे 4-4 भाग ने ते हरेक विचों एक भाग रंगीन किया गया, यानी कि शेडेड किया गया है। इस वेले साडे कोले यानी कि यह भी 1/4 है, यह भी 1/4 है, यह भी 1/4 है। जिहड़ी 3 वारी है, तो 3 वारी का मतलब 3 गुणा 1/4 है, तो 3 गुणे 1/4 होएगा। अंश अंश नाल गुणा होकर 3 ही बन गया बटे 4, यानी कि उत्तर वाली भिन्न दे विच 3 भाग रंगीन होने चाहिए। तो आ साडा उत्तर है। तो आपां जे 3 भागां नूं रंगीन कर दईए किसी भी 3 नूं, तो आह वाली भिन्न है जिहड़ा, इह चित्र दे रूप विच उत्तर है, ते भिन्न दे रूप विच उत्तर जिहड़ा है वह होएगा 3/4। इसे ही प्रश्न का दूसरा भाग, एक चक्कर है 4 भाग, दूसरे चक्कर के 4 भाग, ये चो एक रंगीन भिन्न प्राप्त होगी 1/4, दूसरे तो भिन्न प्राप्त होगी 1/4। इत्थे 2 वारी 1/4 है, तो 2 वारी का मतलब गुणा, खाली स्थान के 1/4 लिखांगे, यानी कि ये दोनों भिन्ना 2 वारी ने, तो यदा आंसर हो गया 2 गुणा 1 2/4 आ गए। तो इस तो जो प्राप्त रंगीन चित्र होगा वो कुल 4 भागों में 2 रंगीन होणगे, यानी कि आह वाला जो चित्र है ये चित्र के रूप में 2/4 भिन्न नूं दर्शाउंदा है। क्वेश्चन नंबर 6, भिन्नां दा गुणनफल पता करो, फाइंड द प्रोडक्ट ऑफ गिवन फ्रैक्शंस। एक भिन्न है 3/10 गुणा 2/3। प्यारे विद्यार्थियों, याद रखना है, उलझना नहीं। जदों भिन्नां दा जोड़ हुंदा उदों हर समान करीदे है, जदों भिन्नां दे विचाले गुणा दा चिन्ह होवे हर समान करना जरूरत नहीं हुंदी। असीं अंश दी अंश नाल गुणा करनी है ते हर दी हर नाल गुणा करनी है, यानी कि 3 गुणा 2 3 दूणी 6, 10 गुणा 30 10 तिया 30। हाँ, इत्थे जे असीं इहनूं सरलतम रूप विच दर्शाउणा होवे तां 6 दे पहाड़े 'च 6 एकम 6 6 5 30, ਇਹਦਾ ਸਰਲਤਮ ਰੂਪ ਜਿਹੜਾ ਉੱਤਰ ਦਾ ਉਹ 1/5 ਹੈ। ਅਸਲ ਵਿੱਚ ਇਹਨਾਂ ਦੀ ਗੁਣਾ ਜਿਹੜੀ ਸੀ ਉਹ 6/30 ਸੀ। ਇਸੇ ਹੀ ਪ੍ਰਸ਼ਨ ਦਾ ਦੂਸਰਾ ਭਾਗ 2/5 ਗੁਣਾ 5/2। ਦੇਖੋ ਤੁਹਾਡੀ ਮਰਜ਼ੀ ਹੈ, ਚਾਹੇ 2 ਨੂੰ 5 ਨਾਲ ਗੁਣਾ ਕਰਕੇ ਪਹਿਲਾਂ 10 ਬਣਾ ਲਓ, ਹੇਠਾਂ 5 ਨੂੰ 2 ਨਾਲ ਗੁਣਾ ਕਰਕੇ 10 ਬਣਾ ਲਓ। ਇੱਕ ਉੱਤਰ ਇਹਦਾ 10/10 ਹੈ, ਪਰ ਸਰਲਤਮ ਰੂਪ ਜਿਹੜਾ ਹੈ ਉਹ ਕੱਟ ਕੇ 1 ਆਏਗਾ। ਇਸੇ ਤਰ੍ਹਾਂ ਅਗਲੇ ਭਾਗ ਦੀ ਆਪਾਂ ਜੇ ਗੱਲ ਕਰੀਏ, ਉਹਦੇ ਵਿੱਚ ਕੀ ਹੈ, ਇੱਕ ਪਿੰਨ ਹੈਗੀ ਹੈ ਸਾਡੀ 1/2, ਦੂਸਰੀ ਹੈ 1/4। ਫਿਰ ਮੈਂ ਕਹਿੰਦਾ ਹਰ ਸਮਾਨ ਨਹੀਂ ਕਰਨੇ, ਕਿਉਂਕਿ ਗੁਣਾ ਦਾ ਚਿੰਨ੍ਹ ਹੈ। ਅੰਸ਼ ਦੀ ਅੰਸ਼ ਨਾਲ ਗੁਣਾ ਕਰਾਂਗੇ ਤਾਂ 1 ਪ੍ਰਾਪਤ ਹੋਏਗਾ, ਹਰ ਦੀ ਹਰ ਨਾਲ ਗੁਣਾ ਕਰਾਂਗੇ 2 ਚੌਕੀ 8 ਪ੍ਰਾਪਤ ਹੋਣਗੇ, ਯਾਨੀ ਕਿ ਇਹ ਤਿੰਨੇ ਪ੍ਰਸ਼ਨਾਂ ਨੂੰ ਆਪਾਂ ਹੱਲ ਕਰ ਦਿੱਤਾ ਹੈ। ਕੁਐਸਚਨ ਨੰਬਰ 7, ਇੱਥੇ ਕੀ ਹੈ ਕਿ ਇੱਕ ਪਿੰਨ ਹੈ ਅੰਸ਼ ਤੇ ਹਰ ਦੇ ਰੂਪ ਵਿੱਚ 8/10। ਦੂਸਰੀ ਪਿੰਨ ਜਿਹੜੀ ਹੈਗੀ ਹੈ ਉਹ ਸਾਨੂੰ ਇਉਂ ਲੱਗਦਾ ਹੈ ਵੀ ਉਹ ਤਾਂ ਇਕੱਲਾ ਅੰਸ਼ ਹੈ, ਵੀ ਅਸੀਂ 5 ਨੂੰ 8 ਨਾਲ ਗੁਣਾ ਕਰੀਏ ਕਿ 5 ਨੂੰ 10 ਨਾਲ ਗੁਣਾ ਕਰੀਏ। ਪਿਆਰੇ ਵਿਦਿਆਰਥੀਓ, ਜਿਹੜਾ ਇਕੱਲਾ ਅੰਕ ਹੁੰਦਾ ਹੈ ਭਿੰਨ ਦੇ ਨਾਲ ਗੁਣਾ ਹੋਣ ਵਾਲਾ ਉਹ ਅੰਸ਼ ਹੀ ਹੁੰਦਾ ਹੈ। ਲੋੜ ਪੈਣ ਤੇ ਜੇ ਲਗਾਉਣਾ ਤਾਂ ਇੱਕ ਹਰ ਆਪਾਂ ਲਗਾ ਸਕਦੇ ਹਾਂ। ਹੁਣ ਨਿਯਮ ਉਹੀ ਹੈ, ਅੰਸ਼ ਦੀ ਅੰਸ਼ ਨਾਲ ਗੁਣਾ ਹੋਣੀ ਹੈ ਹਰ ਦੀ ਹਰ ਨਾਲ। 8 5 40, 10 ਗੁਣਾ 1 10। ਸਰਲਤਮ ਰੂਪ 0 ਨਾਲ 0 ਕੈਂਸਲ ਹੋ ਜਾਏਗੀ, ਤਾਂ 4/1 ਦਾ ਮਤਲਬ ਕੀ ਹੋਏਗਾ 4। ਇਸੇ ਤਰ੍ਹਾਂ ਅਗਲਾ ਹੈ 9/10 ਗੁਣਾ, ਇਹਨੂੰ ਅਸੀਂ 6/1 ਲਿਖਾਂਗੇ। ਅੰਸ਼ 9 ਅਤੇ 6 ਨੇ, 9 ਨੂੰ 6 ਨਾਲ ਗੁਣਾ ਕਰਾਂਗੇ 9 6 54 ਬਟੇ 10 ਗੁਣਾ 1 10। ਤਾਂ ਤੁਹਾਡਾ ਇਹ ਸਰਲਤਮ ਰੂਪ ਕਰਨਾ ਹੈ, ਤਾਂ 2 5 10 27 ਦੂਣਾ 54, ਯਾਨੀ ਕਿ ਤੁਹਾਡਾ ਸਰਲਤਮ ਰੂਪ ਆ ਉਹ 27/5 ਹੋਏਗਾ। ਇਸੇ ਤਰ੍ਹਾਂ ਇਸ ਦਾ ਜਿਹੜਾ ਅਗਲਾ ਭਾਗ ਹੈ, ਤੀਜਾ ਭਾਗ ਇਸ ਪ੍ਰਸ਼ਨ ਦਾ, ਉਹਦੇ ਵਿੱਚ ਇੱਕ ਪਿੰਨ ਹੈ 1/2, ਦੂਸਰੀ ਉਹਦੇ ਨਾਲ ਗੁਣਾ 9 ਹੈ। ਇਹਨੂੰ ਅਸੀਂ 9/1 ਲਿਖਾਂਗੇ। 1 ਗੁਣਾ 9 9 ਬਣ ਜਾਏਗਾ, 2 ਗੁਣਾ 1 2 ਬਣ ਜਾਏਗਾ, ਯਾਨੀ ਕਿ ਸਾਡਾ ਆਨਸਰ ਹੋਏਗਾ 9/2। ਇਸੇ ਦਾ ਜਿਹੜਾ ਚੌਥਾ ਭਾਗ ਹੈ ਉਹਦੇ ਵਿੱਚ ਕੀ ਹੈ, ਇੱਕ ਹੈ ਭਿੰਨ 1/3, ਦੂਸਰੀ ਇਕੱਲੀ 8, ਉਹਦਾ ਮਤਲਬ 8/1। ਅੰਸ਼ 1 ਤੇ 8 ਦੀ ਗੁਣਾ 8 ਹੀ ਹੋਏਗੀ, ਹਰ 3 ਤੇ 1 ਦੀ ਗੁਣਾ 3 ਹੋਏਗੀ, ਯਾਨੀ ਕਿ ਇਹਦਾ ਆਨਸਰ ਹੋਏਗਾ 8/3। ਮੇਰੇ ਵਿਦਿਆਰਥੀਓ, ਇਸ ਵੀਡੀਓ ਲੈਕਚਰ ਦੇ ਵਿੱਚ ਤੁਸੀਂ ਇਸ ਵਿਭਾਗੀ ਵਰਕਸ਼ੀਟ ਨੰਬਰ 2 ਕਲਾਸ 7ਵੀਂ ਦੇ ਭਾਗ 1 ਪ੍ਰਸ਼ਨ ਨੰਬਰ 1 ਤੋਂ 7 ਤੱਕ ਦਾ ਹੱਲ ਵੇਖਿਆ ਹੈ। 8 ਤੋਂ ਅਗਲੇ ਪ੍ਰਸ਼ਨਾਂ ਦਾ ਹੱਲ ਵੇਖਣ ਲਈ
ਵੀਡੀਓ ਦਾ ਇੰਤਜ਼ਾਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।